ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਨਾਸ਼ ਕਰਦਾ ਹੈ, ਨਾ ਸਾਨੂੰ ਕਦੇ ਪਰਮੇਸ਼ਰ ਪਿਤਾ ਨਿਰਾਸ਼ ਕਰਦਾ ਹੈ, ਬਲਕਿ ਆਪਣੇ ਵਚਨ ਦੀ ਜਿਉਂਦੀ ਆਸ ਦੇ ਕੇ ਸਾਨੂੰ ਆਪਣੇ ਰਾਜ ਵਿੱਚ ਲੈ ਕੇ ਚੱਲਦਾ ਹੈ। ਜਿਨ੍ਹਾਂ ਤੇਰੇ ਵਿੱਚ ਹੋ ਕੇ ਜਿਉਂਦੇ ਨੇ, ਤੂੰ ਉਹਨਾਂ ਦੇ ਵਿੱਚ ਹਮੇਸ਼ਾ ਲਈ ਜ਼ਿੰਦਾ ਪਰਮੇਸ਼ਰ ਹੈ, ਅਤੇ ਜਿਨ੍ਹਾਂ ਤੇਰੇ ਤੋਂ ਦੂਰ ਨੇ ਉਹਨਾਂ ਦੇ ਲਈ ਤੂੰ ਪ੍ਰਾਰਥਨਾ ਕਰਦਾ ਕਿ ਉਹ ਬਚਾਏ ਜਾਣ। ਪਰਮੇਸ਼ਰ, ਅੱਜ ਦੇ ਵਚਨ ਦੇ ਵਿੱਚ ਸਾਨੂੰ ਇਹ ਸਿੱਖਣ ਅਤੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਮਦਦ ਕਰ, ਤਾਂ ਕਿ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਸਾਡੇ ਜੀਵਨ ਦੇ ਵਿੱਚ ਅਧਿਕਾਈ ਨਾ ਹੋ ਸਕੇ। ਤੇਰੇ ਸੁਣਨ ਵਾਲੇ ਭਾਈ ਭੈਣਾਂ ਨੂੰ ਅਤੇ ਪਰਮੇਸ਼ਰ ਦਾ ਆਪ ਦੇ ਬੋਲਣ ਵਾਲੇ ਦਾਸ ਨੂੰ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਤੇਰੀ ਕਿਰਪਾ ਦੇ ਨਾਲ ਇਹ ਵਚਨ ਅਤੇ ਸਭਨਾ ਜੀਆਂ ਦੇ ਵਿੱਚ ਤੇਰੀ ਆਸ਼ੀਸ਼ ਦਾ ਕਾਰਨ ਬਣ ਸਕੇ। ਇੱਕ ਇੱਕ ਪਲ ਦੇ ਲਈ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੁਨੀਆ ਭਰ ਦੇ ਵਿੱਚ ਹਰਸ਼ੋ ਉਲਾਸ ਹੈ। ਅੱਜ ਦੁਨੀਆ ਭਰ ਦੇ ਵਿੱਚ ਲੋਕ ਮੈਰੀ ਕ੍ਰਿਸਮਸ ਕਹਿ ਕੇ ਇੱਕ ਦੂਸਰੇ ਨੂੰ ਗ੍ਰੀਟਿੰਗਸ ਕਰ ਰਹੇ ਆ, ਔਰ ਕਈ ਲੋਕ ਇਸ ਦਿਨ ਦੇ ਵਿੱਚ ਇੱਕ ਦੂਸਰੇ ਨੂੰ ਅੱਛੇ ਉਪਹਾਰ ਦੇ ਕੇ ਇਸ ਦੀ ਵਿਸ਼ ਇੱਕ ਦੂਸਰੇ ਨੂੰ ਦੇ ਰਹੇ ਆ। ਪਰ ਮੈਂ ਆਪ ਨੂੰ ਅੱਜ ਪ੍ਰਭੂ ਦੇ ਵਚਨ ਦੇ ਨਾਲ ਇੱਕ ਵੱਡਾ ਭੇਤ ਪਰਮੇਸ਼ਰ ਦੇ ਜੀਵਨ ਦਾ ਆਪ ਨੂੰ ਦੇਣ ਜਾ ਰਿਹਾ। ਉਹ ਉਪਹਾਰ ਹੈ ਪਰਮੇਸ਼ਰ ਦਾ ਜਿਹੜਾ ਸਾਰੀ ਦੁਨੀਆ ਨੂੰ ਦਿੱਤਾ ਗਿਆ ਹੈ, ਔਰ ਉਹ ਮੈਂ ਆਪ ਨੂੰ ਦੇਣਾ ਚਾਹੁੰਦਾ। ਉਸ ਦਾ ਵਿਸ਼ਾ ਮੇਰੇ ਕੋਲ ਇਹ ਹੈ, ਪਰਮੇਸ਼ਰ ਦੀ ਮਿਹਰਬਾਨੀ ਅਤੇ ਤੌਬਾ ਨਾਲ ਜੀਵਨ। ਪਰਮੇਸ਼ਰ ਦੀ ਮਿਹਰਬਾਨੀ ਅਤੇ ਤੌਬਾ ਨਾਲ ਜੀਵਨ, ਇਸ ਦਾ ਜੋ ਮੈਂ ਖੰਡ ਲਿਆ ਹੈ ਪ੍ਰਚਾਰ ਦੇ ਲਈ, ਉਹ ਹੈ ਰੋਮੀਆਂ 2 ਅਧਿਆਏ ਉਸ ਦੀ 4 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਅਤਵੇ ਤੂੰ ਉਸ ਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਪਿਆਰੇ ਅਜ਼ੀਜ਼, ਇਹ ਜੋ ਵਚਨ ਹੈ, ਇਸ ਵਚਨ ਵਿੱਚ ਜਦੋਂ ਮੈਂ ਪੜ੍ਹਦਾ ਹਾਂ ਤਾਂ ਮੈਂ ਇਹ ਹਵਾਲੇ ਦੇ ਵਿੱਚ ਪਰਮੇਸ਼ਰ ਦੀ ਬਰਕਤ ਅਤੇ ਪਰਮੇਸ਼ਰ ਦੇ ਸ਼ਰਾਪ ਦੋਨਾਂ ਨੂੰ ਦੇਖਦਾ, ਕਿਉਂਕਿ ਇਹ ਪੌਲਸ ਰਸੂਲ ਜਦੋਂ ਰੋਮੀਆਂ ਦੇ ਖੱਤ ਦੇ ਵਿੱਚ ਲਿਖ ਰਿਹਾ ਤਾਂ ਇਹ ਯਹੂਦੀ ਲੋਕਾਂ ਨੂੰ, ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਵਿਸ਼ਵਾਸ ਨਹੀਂ ਸੀ ਕਰ ਰਹੇ, ਜਿਹੜੇ ਪ੍ਰਭੂ ਦੇ ਨੇੜੇ ਨਹੀਂ ਸੀ ਆ ਰਹੇ, ਜਿਹੜੇ ਜਾਣਦੇ ਸੀ ਕਿ ਇਹ ਜੀਵਿਤ ਪਰਮੇਸ਼ਰ ਹੈ, ਉਹ ਉਸ ਦਾ ਇਨਕਾਰ ਕਰ ਰਹੇ। ਅੱਜ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਹੈ, ਸੱਚਾਈ ਨੂੰ ਜਾਣਦੇ ਹੋਏ ਵੀ ਉਸ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਸ ਦੇ ਉੱਤੇ ਫੇਥ ਨਹੀਂ ਲਿਆਉਂਦੇ, ਵਿਸ਼ਵਾਸ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਕੁਝ ਰੀਤਾਂ ਅਤੇ ਵਿਧੀਆਂ, ਕੁਝ ਸੰਸਾਰ ਦੇ ਕੰਮ, ਕੁਝ ਉਹਨਾਂ ਦੇ ਰਿਸ਼ਤੇਦਾਰ, ਰਿਲੇਸ਼ਨਸ਼ਿਪ ਅਜਿਹੇ ਹੈ ਜਿਨ੍ਹਾਂ ਨੂੰ ਉਹ ਛੱਡ ਨਹੀਂ ਸਕਦੇ। ਉਸ ਮੁਕਤੀ ਨੂੰ ਉਸ ਦੇ ਕਾਰਨ ਆਪਣੇ ਜੀਵਨ ਦੇ ਵਿੱਚ ਅਪਣਾ ਨਹੀਂ ਸਕਦੇ। ਪਰ ਪੌਲਸ ਇੱਥੇ ਕਹਿੰਦਾ ਹੈ, ਕੀ ਕਹਿੰਦਾ ਹੈ? ਇੱਥੇ ਸਾਫ਼ ਰੀਤੀ ਨਾਲ ਉਹ ਦੱਸਦਾ ਹੈ, ਅਥਵਾ ਕਿ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਨੇ ਮੇਰੇ ਨਾਲ ਆਪਣੀ ਸਿੱਧ ਯੋਜਨਾ ਅਤੇ ਸਿੱਧ ਪਿਆਰ ਨੂੰ ਇਸ ਦੁਨੀਆ ਦੇ ਵਿੱਚ ਪ੍ਰਗਟ ਕੀਤਾ ਹੈ, ਜਿਸ ਨੂੰ ਕੋਈ ਜਾਣ ਨਹੀਂ ਸੀ ਸਕਦਾ, ਜਿਸ ਨੂੰ ਕੋਈ ਸਮਝ ਨਹੀਂ ਸੀ ਸਕਦਾ, ਜਿਸ ਨੂੰ ਕੋਈ ਪਛਾਣ ਨਹੀਂ ਸਕਦਾ। ਉਸ ਨੂੰ ਪਰਮੇਸ਼ਰ ਨੇ ਸਵੈਂ ਮਨੁੱਖੀ ਰੂਪ ਧਾਰ ਕੇ ਇਸ ਦੁਨੀਆ ਦੇ ਵਿੱਚ ਪ੍ਰਗਟ ਕੀਤਾ ਹੈ, ਔਰ ਉਸਨੇ ਦੱਸਿਆ ਹੈ ਕਿ ਜੀਵਿਤ ਪਰਮੇਸ਼ਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ, ਜਿਹੜਾ ਸਾਰੀ ਖਲਕਤ ਨੂੰ ਬਣਾਉਣ ਵਾਲਾ ਹੈ, ਜਿਹੜਾ ਸਾਰੇ ਸੰਪੂਰਨ ਬ੍ਰਹਿਮੰਡ ਦਾ ਸ੍ਰਿਸ਼ਟੀ ਕਰਤਾ ਹੈ, ਉਹ ਪਰਮੇਸ਼ਰ
ਮਨੁੱਖੀ ਰੂਪ ਦੇ ਵਿੱਚ ਮੇਰੇ ਨਾਲ ਆਪਣੇ ਪ੍ਰੇਮ ਨੂੰ, ਆਪਣੀ ਸੱਚਾਈ ਨੂੰ, ਆਪਣੀ ਪਵਿੱਤਰਤਾ ਨੂੰ, ਆਪਣੀ ਧਾਰਮਿਕਤਾ ਨੂੰ, ਆਪਣੀ ਸ਼ਾਂਤੀ ਨੂੰ, ਆਪਣੇ ਆਨੰਦ ਨੂੰ ਮੇਰੇ ਵਿੱਚ ਮੁਫਤ ਵਿੱਚ ਦੇ ਰਿਹਾ। ਅਸੀਂ ਉਸ ਨੂੰ ਤੁੱਛ ਨਹੀਂ ਸਮਝ ਸਕਦੇ। ਜਿਹੜੇ ਤੁੱਛ ਜਾਣਦੇ ਨੇ ਉਹ ਪਰਮੇਸ਼ਰ ਦੇ ਕੋਲੋਂ ਆਪਣਾ ਦਿੱਤਾ ਹੋਇਆ ਉਪਹਾਰ, ਸਦਾ ਸਦਾ ਦਾ ਜੀਵਨ, ਉਹਨੂੰ ਖੋ ਰਹੇ ਆ। ਦੁਨੀਆ ਦੇ ਵਿੱਚ ਸਭ ਤੋਂ ਅਜ਼ੀਜ਼ ਅਤੇ ਸਭ ਤੋਂ ਅੱਛਾ ਉਪਹਾਰ ਕੀ ਹੈ? ਪਰਮੇਸ਼ਰ ਦੀ ਮਿਹਰਬਾਨੀ, ਜਿਹੜੀ ਜਿਸ ਤੇ ਮੈਂ ਯੋਗ ਨਹੀਂ ਸੀ, ਜਿਸ ਤੇ ਮੈਂ ਲਾਇਕ ਨਹੀਂ ਸੀ, ਭਾਵ ਉਸ ਦੇ ਨੇੜੇ ਜਾਣ ਦੇ, ਉਸ ਦੇ ਨਾਲ ਸਦਾ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਮੈਂ ਯੋਗ ਨਹੀਂ ਸੀ। ਉਹ ਪਰਮੇਸ਼ਰ ਨੇ ਅਜਿਹਾ ਉਪਹਾਰ ਇਸ ਦੁਨੀਆ ਦੇ ਵਿੱਚ 2020 ਸਾਲ ਪਹਿਲਾਂ ਮੇਰੇ ਜੀਵਨ ਦੇ ਵਿੱਚ ਦੇ ਦਿੱਤਾ ਹੈ। ਉਹ ਹੈ ਪਰਮੇਸ਼ਰ ਦਾ ਪਿਆਰਾ ਪੁੱਤਰ ਪ੍ਰਭੂ ਯਿਸੂ ਮਸੀਹ। ਜਦੋਂ ਮੈਂ ਇਸ ਵਚਨ ਦੇ ਨਾਲ ਪਰਮੇਸ਼ਰ ਦੇ ਉਸ ਸ਼ਰਾਪ ਦੇ ਕਾਰਜਾਂ ਨੂੰ, ਕਿਉਂਕਿ ਇਹ ਵਚਨ ਜਦੋਂ ਪਰਮੇਸ਼ਰ ਦੀ ਮਿਹਰਬਾਨੀ ਅਤੇ ਤੌਬਾ ਦੇ ਪਛਤਾਤਾਪ ਦੇ ਜੀਵਨ ਦੇ ਉੱਤੇ ਗੱਲ ਕਰਦਾ ਹੈ ਯਹੂਦੀਆਂ ਦੇ ਨਾਲ, ਤਾਂ ਇਹ ਪਰਮੇਸ਼ਰ ਦੇ ਅਨੁਸ਼ਾਸਨ ਦੀ ਵੀ ਗੱਲ ਕਰਦਾ ਹੈ, ਪਰਮੇਸ਼ਰ ਦੇ ਨਿਯਮ ਦੀ ਵੀ ਗੱਲ ਕਰਦਾ ਹੈ। ਔਰ ਇਹ ਨਿਯਮ ਪਰਮੇਸ਼ਰ ਦਾ ਸਾਡੇ ਜੀਵਨ ਦੇ ਵਿੱਚ ਸਾਨੂੰ ਪਰਮੇਸ਼ਰ ਦੇ ਸਰੂਪ ਨੂੰ ਪ੍ਰਗਟ ਕਰਦਾ ਹੈ। ਕਿਉਂਕਿ ਪਰਮੇਸ਼ਰ ਅਨੁਸ਼ਾਸਿਤ ਹੈ ਔਰ ਪਰਮੇਸ਼ਰ ਦਾ ਇੱਕ ਇੱਕ ਨਿਯਮ ਪੂਰੇ ਬ੍ਰਹਿਮੰਡ ਦੇ ਵਿੱਚ, ਇਸ ਪੂਰੀ ਸ੍ਰਿਸ਼ਟੀ ਅਤੇ ਇਸ ਪੂਰੀ ਧਰਤੀ ਦੇ ਵਿੱਚ ਨਿਯਮਬੱਧ ਤਰੀਕੇ ਦੇ ਨਾਲ ਹੈ। ਉਸ ਨੂੰ ਕੋਈ ਬਦਲ ਨਹੀਂ ਸਕਦਾ, ਉਸ ਨੂੰ ਕੋਈ ਆਪਣੇ ਤਰੀਕੇ ਨਾਲ ਚੇਂਜ ਨਹੀਂ। ਉਹ ਪਰਮੇਸ਼ਰ ਦਾ ਹੈ ਔਰ ਪਰਮੇਸ਼ਰ ਨੇ ਹੀ ਉਸ ਦਾ ਨਿਯਮ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਠਹਿਰਾਇਆ। ਮੈਂ ਸਮਝਦਾ ਹਾਂ ਸੂਰਜ ਆਪਣੇ ਸਮੇਂ ਦੇ ਉੱਤੇ ਚੜ੍ਹਦਾ ਹੈ ਅਤੇ ਉਤਰਦਾ ਹੈ। ਉਸ ਨਿਯਮ ਨੂੰ ਅੱਜ ਤੱਕ ਨਾ ਤਾਂ ਕੋਈ ਬਦਲ ਸਕਿਆ ਹੈ ਔਰ ਨਾ ਕੋਈ ਬਦਲ ਸਕਦਾ ਹੈ। ਔਰ ਦੂਸਰਾ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਇਹ ਚੰਦ ਸਿਤਾਰੇ ਅਤੇ ਰਾਤ ਦਿੱਤੀ ਹੈ, ਇਹ ਮੇਰੇ ਆਰਾਮ ਲਈ ਦਿੱਤੀ ਹੈ, ਇਸ ਨੂੰ ਵੀ ਕੋਈ ਬਦਲ ਨਹੀਂ ਸਕਦਾ। ਸੂਰਜ, ਦਿਨ ਦਾ ਚਾਰਜ ਜਿਹੜਾ ਦਿੱਤਾ ਹੈ, ਉਹ ਉਸਨੇ ਮੇਰੇ ਜੀਵਨ ਦੇ ਵਿੱਚ ਕੰਮ ਕਰਨ ਦੇ ਲਈ, ਕਾਰਜ ਕਰਨ ਦੇ ਲਈ ਉਹ ਮੇਰੇ ਜੀਵਨ ਦੇ ਵਿੱਚ ਦਿੱਤਾ ਹੈ। ਇਸ ਲਈ ਦਿੱਤਾ ਹੈ ਕਿ ਮੈਂ ਉਸ ਕਾਰਜ ਦੇ ਰਾਹੀਂ ਜੋ ਮੈਂ ਦਿਨ ਦੇ ਵਿੱਚ ਦੇਖ ਕੇ ਕਰ ਸਕਦਾ, ਉਸ ਦੇ ਰਾਹੀਂ ਮੈਂ ਪਰਮੇਸ਼ਰ ਦੀ ਵਡਿਆਈ ਕਰ ਸਕਾਂ। ਇਹ ਵੀ ਪਰਮੇਸ਼ਰ ਦੇ ਅਨੁਸ਼ਾਸਨ ਦਾ ਇੱਕ ਹਿੱਸਾ ਹੈ। ਪਰਮੇਸ਼ਵਰ ਨੇ ਸਮੇਂ-ਸਮੇਂ ਦੇ ਉੱਤੇ ਬਾਰਿਸ਼ਾਂ ਨੂੰ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ ਤਾਂ ਕਿ ਫਸਲ ਸਹੀ ਸਮੇਂ ਦੇ ਉੱਤੇ ਉਸ ਦਾ ਉਤਪਾਦਨ ਹੋ ਸਕੇ ਅਤੇ ਉਸ ਦੇ ਨਾਲ ਪਰਮੇਸ਼ਰ ਦੀ ਮਹਿਮਾ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕੇ। ਇਸ ਪਰਮੇਸ਼ਰ ਦੇ ਬਣਾਏ ਹੋਏ ਮੌਸਮ ਦੇ ਅਧਿਕਾਰ ਨੂੰ ਵੀ ਕੋਈ ਬਦਲ ਨਹੀਂ, ਸਿਰਫ ਪਰਮੇਸ਼ਰ ਹੈ ਇਸ ਦਾ ਕਰਤਾ। ਸਾਰਾ ਕੁਝ ਉਸ ਦੇ ਹੱਥ ਦੇ ਵਿੱਚ ਹੈ। ਜਦੋਂ ਮੈਂ ਵਿਵਸਥਾ ਸਾਰ ਦੀ ਪੁਸਤਕ ਉਸ ਦਾ 28 ਅਧਿਆਏ ਪੜ੍ਹਦਾ ਹਾਂ ਤਾਂ ਮੈਂ ਉਸ ਵਿੱਚ ਕੁਝ ਗੱਲਾਂ ਆਪ ਦੇ ਸਾਹਮਣੇ ਰੱਖਾਂਗਾ ਜਿਹੜੀਆਂ ਕਿ ਇਸ ਸਮੇਂ ਦੇ ਅਨੁਸ਼ਾਸਨ ਦੇ ਅਧੀਨ ਮੇਰੇ ਅਤੇ ਆਪ ਦੇ ਲਈ ਪ੍ਰਗਟ ਹੁੰਦੀਆਂ ਹੈ, ਜਿਹੜੇ ਪਰਮੇਸ਼ਰ ਦੇ ਲਈ ਜੀਵਨ ਜਿਉਂਦੇ ਹੈ। ਇੱਥੇ ਲਿਖਿਆ ਹੈ, ਪਰਮੇਸ਼ਰ ਕਹਿੰਦਾ ਐਂ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ। ਇਹਦਾ ਮਤਲਬ ਪਰਮੇਸ਼ਰ ਦਾ ਅਨੁਸ਼ਾਸਨ ਦੀ ਆਵਾਜ਼ ਹੈ। ਇਹ ਸਾਡੇ ਜੀਵਨ ਦੇ ਵਿੱਚ ਇਸ ਦੁਨੀਆ ਦੀ ਖੁਸ਼ ਅਤੇ ਖਰਚ ਉਲਾਸ ਮਨਾਉਣ ਦੀ ਆਵਾਜ਼ ਨਹੀਂ ਹੈ। ਕਹਿੰਦਾ ਸੁਣੋ ਅਤੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ। ਇਹ ਹੈ ਪਰਮੇਸ਼ਰ ਦੇ ਉਪਹਾਰ ਦਾ। ਜੇ ਤੁਸੀਂ ਕਹਿੰਦਾ ਉਹਦੇ ਹੁਕਮਾਂ ਦੀ ਪਾਲਣਾ ਨਾ ਕਰੋ, ਇੱਥੇ ਇਹ ਵੀ ਲਿਖਿਆ ਕੀ ਕਹਿੰਦਾ, ਐਂ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨਾ ਸੁਣੋ, 28:15 ਵਿੱਚ ਸੁਣੋ ਕਿ ਉਸ ਦੇ ਸਾਰੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰੋ ਜਿਹੜੀ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਇਹ ਸਾਰੇ ਸ਼ਰਾਪ ਤੁਹਾਡੇ ਉੱਤੇ ਆਣਗੇ ਅਤੇ ਤੁਹਾਨੂੰ ਜਾ ਫੜਨਗੇ।
ਇਹਦੇ ਵਿੱਚ ਸ਼ਰਾਪ ਦੀ ਅੱਜ ਦੇ ਸਮੇਂ ਦੀ ਗੱਲ ਕਰਦਾ ਹਾਂ, ਅੱਜ ਦੇ ਸਮੇਂ ਦੀ ਮਹਾਮਾਰੀ ਦੀ ਗੱਲ ਕਰਦਾ ਹਾਂ, ਅੱਜ ਦੇ ਸਮੇਂ ਦੀਆਂ ਬਿਮਾਰੀਆਂ ਦੀ ਗੱਲ ਕਰਦਾ ਹਾਂ, ਅੱਜ ਦੇ ਸਮੇਂ ਦੇ ਸ਼ਰਾਪ ਦੇ ਨਾਲ ਜੁੜੇ ਹੋਏ ਇੱਕ ਇੱਕ ਬਿਮਾਰੀ ਦੇ ਜੋ ਕਾਰਨ ਉਸ ਦੇ ਬਾਰੇ ਇਸ ਦੇ ਵਿੱਚ ਪੜ੍ਹ ਸਕਦਾ ਹਾਂ। ਜੇ ਅਸੀਂ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਹਾਂ, ਇੱਥੇ ਅਸੀਂ ਕੀ ਦੇਖ ਰਹੇ ਹਾਂ? ਪਹਿਲਾਂ ਮੈਂ ਦੇਖਦਾ ਹਾਂ 22 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਕਹਿੰਦਾ ਯਹੋਵਾ ਤੁਹਾਨੂੰ ਤਪੈਦਿਕ ਬਿਮਾਰੀ ਦਾ ਨਾਂ ਹੈ, ਤਾਪ ਬਿਮਾਰ, ਸੋਜ ਸਵੈਲਿੰਗ, ਫਿਰ ਉਸ ਤੋਂ ਬਾਅਦ ਲਿਖਿਆ ਹੈ ਮੋਹਤਕ ਤਪ ਤੇਗ, ਸੋਕੜੇ ਅਤੇ ਉੱਲੀ ਨਾਲ ਮਾਰੇਗਾ। ਉਹ ਤੁਹਾਡੇ ਪਿੱਛੋਂ ਲੱਗੀਆਂ ਰਹਿਣਗੀਆਂ ਅਤੇ ਜਦ ਤੱਕ ਤੁਸੀਂ ਨਾਸ਼ ਨਾ ਹੋ ਜਾਓ। ਉਸ ਤੋਂ ਬਾਅਦ ਮੈਂ 27 ਆਇਤ ਨੂੰ ਪੜ੍ਹ ਰਿਹਾ ਤੁਹਾਡੇ ਲਈ। 27 ਦੇ ਵਿੱਚ ਲਿਖਿਆ ਯਹੋਵਾ ਤੁਹਾਨੂੰ ਮਿਸਰੀਆਂ ਫੋੜਿਆਂ, ਬਿਮਾਰੀਆਂ, ਦਦਰੀ, ਉਹ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ। ਔਰ ਇਸ ਤੋਂ ਬਾਅਦ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ 35, 28 ਦਾ 35। ਇੱਥੇ ਲਿਖਿਆ ਹੈ ਯਹੋਵਾ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸਕੋਗੇ, ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ, ਤੁਹਾਡੇ ਪੈਰਾਂ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਉਹ ਤੁਹਾਨੂੰ ਮਾਰੇਗਾ। ਇਹ ਮਹਾਮਾਰੀਆਂ ਦੇ ਵਿੱਚ ਆ ਰਹੇ ਆ ਪਿਆਰੋ। ਪਰਮੇਸ਼ਰ ਨੇ ਮੇਰੇ ਉੱਤੇ ਮਿਹਰਬਾਨੀ ਕਰ ਦਿੱਤੀ ਹੈ। ਪਰਮੇਸ਼ਰ ਨੇ ਆਪਣਾ ਅਨਿਯਮ ਦੀ ਪਾਲਣਾ ਕੀਤੀ ਹੈ। ਪਾਪ ਦੀ ਮਜ਼ਦੂਰੀ, ਮੈਂ ਪਿਛਲੇ ਕੱਲ ਦੱਸਿਆ ਸੀ, ਪਾਪ ਦੀ ਮਜ਼ਦੂਰੀ ਮੌਤ ਹੈ। ਇਹ ਪਰਮੇਸ਼ਰ ਦਾ ਅਨੁਸ਼ਾਸਨ ਹੈ। ਜੇ ਤੁਸੀਂ ਪਾਪ ਕਰੋਗੇ ਤਾਂ ਮੌਤ ਆਏਗੀ। ਔਰ ਇਹ ਮੌਤ ਕਿੱਦਾਂ ਸਰੀਰ ਦੇ ਵਿੱਚ ਆਏਗੀ, ਇਹ ਬੜੇ ਸਾਫ਼ ਰੀਤੀ ਨਾਲ ਮੈਂ ਆਪ ਦੇ ਅੱਗੇ ਪੜ੍ਹ ਕੇ ਦੱਸ ਦਿੱਤਾ ਹੈ। ਔਰ ਇਹ ਵੀ ਦੱਸਦਾ ਹੈ ਜੇ ਤੁਸੀਂ ਪਰਮੇਸ਼ਰ ਦੀ ਮਿਹਰਬਾਨੀ ਜਿਹੜੀ ਉਸ ਨੇ ਮੇਰੇ ਉੱਤੇ ਇਸ ਪਾਪ ਤੋਂ ਬਚਣ ਦੇ ਲਈ 25 ਦਸੰਬਰ 2020 ਸਾਲ ਪਹਿਲਾਂ ਮੇਰੇ ਉੱਤੇ ਕੀਤੀ ਹੈ, ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ, ਤਾਂ ਤੁਸੀਂ ਬਚਾਏ ਜਾਓਗੇ। ਉਸ ਦੇ ਲਈ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਮੈਂ ਅਫਸੀਆਂ ਦੀ ਪੁਸਤਕ ਆਪ ਦੇ ਲਈ 1 ਅਧਿਆਇ ਉਸ ਦੀ 7 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਅਫਸੀਆਂ ਦੀ ਪੁਸਤਕ ਉਸ ਦੀ 1 ਅਧਿਆਇ ਉਸ ਦੀ 7 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ, ਉਸ ਦੇ ਲਹੂ ਮਤਲਬ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ, ਅਰਥਾਤ ਅਪਰਾਧਾਂ ਦੀ ਮਾਫੀ, ਉਹਦੀ ਕਿਰਪਾ ਦੇ ਧਨ ਦੇ ਅਨੁਸਾਰ ਸਾਨੂੰ ਮਿਲਦੀ ਹੈ। ਇਹ ਪਰਮੇਸ਼ਰ ਦਾ ਨਿਯਮ ਹੈ। ਲਹੂ ਤੋਂ ਬਗੈਰ ਤੁਹਾਡੇ ਪਾਪ ਮਾਫ ਨਹੀਂ ਹੋ ਸਕਦੇ। ਬਿਨਾਂ ਲਹੂ ਬਹਾਇਆ ਪਾਪਾਂ ਦੀ ਮਾਫੀ ਹੁੰਦੀ ਹੀ ਨਹੀਂ। ਇਹ ਪਰਮੇਸ਼ਰ ਦਾ ਨਿਯਮ ਹੈ। ਇਹਦਾ ਮਤਲਬ ਪਰਮੇਸ਼ਰ ਨੇ ਇਸ ਨਿਯਮ ਨੂੰ ਸਵੈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਅਤੇ ਆਪ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਪੂਰਾ ਕਰ ਦਿੱਤਾ ਹੈ। ਉਹ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠ। ਇਹ ਪਰਮੇਸ਼ਰ ਦਾ ਉਹ ਉਪਹਾਰ ਹੈ ਜਿਹੜਾ ਮੈਨੂੰ ਸਦਾ ਦਾ ਜੀਵਨ ਦਿੰਦਾ ਹੈ। ਕਿੱਦਾਂ? ਤੌਬਾ ਦੇ ਨਾਲ। ਔਰ ਇਸੇ ਦੀ ਮੈਂ 18 ਆਇਤ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਾਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਸ ਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ। ਔਰ ਇਸ ਚੀਜ਼ ਨੂੰ ਅਸੀਂ ਅੱਗੇ ਜਾ ਕੇ ਮੈਂ ਆਪ ਦੇ ਲਈ ਥੋੜਾ ਜਿਹਾ ਹੋਰ ਆਪਣਾ ਕਰਨਾ ਚਾਹੁੰਦਾ ਹਾਂ। ਜਦੋਂ ਅਸੀਂ ਜ਼ਬੂਰ 86 ਦਾ 5 ਮੈਂ ਆਪ ਦੇ ਲਈ ਪੜ੍ਹ ਰਿਹਾ, ਇੱਥੇ ਲਿਖਿਆ ਹੈ, ਹੇ ਪ੍ਰਭੂ ਤੂੰ ਭਲਾ ਅਤੇ ਦਿਆਲੂ ਹੈ ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਦੇ ਲਈ ਅਤ ਕਿਰਪਾਲੂ ਹੈ। ਇਹਦਾ ਮਤਲਬ ਪਰਮੇਸ਼ਰ ਆਪਣੇ ਪੁੱਤਰ ਦੇ ਰਾਹੀਂ ਮੇਰੇ ਅਤੇ ਆਪ ਦੇ ਵਿੱਚ ਕਿਰਪਾ
ਕਰ ਰਿਹਾ। ਔਰ ਇਹ ਕਿਰਪਾ ਕਿਸ ਤਰ੍ਹਾਂ ਹੈ, ਇਹ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ। ਰੋਮੀਆਂ ਦੀ ਪੁਸਤਕ 3 ਅਧਿਆਇ ਉਸ ਦੀ 25 ਆਇਤ ਦੇ ਵਿੱਚ ਲਿਖਿਆ ਹੈ, ਜਿਹਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਨੇਚਾ ਕਰਨ ਦੇ ਨਾਲ ਪ੍ਰਾਸ਼ਚਿਤ ਹੈ। ਪਰ ਪ੍ਰਾਸ਼ਚਿਤ ਮਤਲਬ ਮੇਰੇ ਲਈ, ਮੇਰੇ ਥਾਂ ਦੇ ਥਾਂ ਉਸਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਖੜ ਦਿੱਤਾ। ਕਿਹਦੇ? ਮੇਰੇ ਪਾਪਾਂ ਦੀ ਥਾਂ ਉਸਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਖੜਾ ਕਰ ਦਿੱਤਾ। ਪ੍ਰਾਸ਼ਚਿਤ, ਉਹ ਮੇਰੇ ਪ੍ਰਾਸ਼ਚਿਤ ਮਤਲਬ ਕਿ ਮੇਰੇ ਤੌਬਾ ਦਾ ਉਹ ਵਸੀਲਾ ਬਣਿਆ, ਮੇਰੇ ਪਾਪਾਂ ਦਾ ਉਹ ਵਸੀਲਾ ਬਣਿਆ। ਇੱਥੇ ਕਹਿੰਦਾ ਹੈ ਲਹੂ ਉੱਤੇ ਨੇਚਾ ਕਰਨ ਦੇ ਨਾਲ ਪ੍ਰਾਸ਼ਚਿਤ ਠਹਿਰਾਇਆ, ਤਾਂ ਜੋ ਪਰਮੇਸ਼ਰ ਆਪਣੇ ਧਰਮ ਨੂੰ, ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ। ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ਇਹਦਾ ਮਤਲਬ ਉਹਨੇ ਮੇਰੇ ਪਾਪਾਂ ਦੇ ਉੱਤੇ ਮੁੜ ਧਿਆਨ ਨਹੀਂ ਕੀਤਾ ਤੇ ਮੇਰੇ ਪਾਪ ਏਦਾਂ ਦੇ ਸੀ, ਮੈਂ ਕਿੱਦਾਂ ਦਾ ਸੀ। ਅਗਰ ਅੱਜ ਅਸੀਂ ਸਮਾਜ ਦੇ ਵਿੱਚ ਦੇਖੀਏ, ਸਮਾਜ ਦੇ ਵਿੱਚ ਜਾਈਏ, ਅਗਰ ਕਿਸੇ ਦੀ ਗਲਤੀ ਹੋਈ ਆ ਮਾਫੀ ਮੰਗ ਲੈਂਦਾ, ਫਿਰ ਵੀ ਅਸੀਂ ਕਿਤੇ ਨਾ ਕਿਤੇ ਉਹਨੂੰ ਸੁਣਾ ਦਿੰਦੇ ਹਾਂ, ਤੈਂ ਏਦਾਂ ਕੀਤਾ ਸੀ ਤੇ ਮੈਂ ਏਦਾਂ ਕੀਤਾ ਸੀ। ਪਰ ਪਰਮੇਸ਼ਵਰ ਨੇ ਮੇਰੇ ਪਾਪ ਇੱਕ ਵਾਰੀ ਖਮਾ ਕਰ ਦਿੱਤੇ, क्षमा ਕਰ ਦਿੱਤੇ, ਕਦੇ ਉਹਨਾਂ ਨੂੰ ਮੁੜ ਦੁਹਰਾਇਆ ਨਹੀਂ। ਇਹ ਹੈ ਪਰਮੇਸ਼ਵਰ ਦਾ ਸਭ ਤੋਂ ਵੱਡਾ ਕਿਰਪਾ ਦਾ ਹੱਥ, ਜਿਹੜਾ ਮੇਰੇ ਅਤੇ ਆਪ ਦੇ ਉੱਤੇ ਹੈ। ਉਹ ਅੱਜ ਵੀ ਹੱਥ ਬਣਿਆ ਹੋਇਆ ਹੈ। ਬਾਈਬਲ ਦੇ ਵਿੱਚ ਕੀ ਲਿਖਿਆ ਹੈ, ਮੈਂ ਆਪ ਦੇ ਲਈ ਉਹ ਵੀ ਪੜ੍ਹ ਰਿਹਾ ਹਾਂ। ਇਸ ਤੌਬਾ ਦੇ ਵਿੱਚ ਜਦੋਂ ਅਸੀਂ 5:6 ਪੜ੍ਹਦੇ ਹਾਂ, ਪਹਿਲਾ ਪਤਰਸ, ਤਾਂ ਇੱਥੇ ਲਿਖਿਆ ਹੈ, ਕਹਿੰਦਾ ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥਾਂ ਦੇ ਹੇਠ ਨੀਵਿਆਂ ਕਰੋ, ਭਾਈ ਉਹ ਤੁਹਾਨੂੰ ਵੇਲੇ ਸਿਰ ਉੱਚੀਆਂ ਕਰੇ। ਮੇਰਾ ਪਰਮੇਸ਼ਵਰ ਮੈਨੂੰ ਉੱਚਿਆ ਕਰਨ ਦੇ ਲਈ ਉਸਨੇ ਆਪਣੇ ਪੁੱਤਰ ਦਾ ਸਿਰ ਮੇਰੇ ਪਾਪਾਂ ਦੀ ਥਾਂ ਦੇ ਦਿੱਤਾ ਕਿ ਮੈਂ ਉਸ ਦੇ ਨਾਲ ਉੱਚਿਆ ਕੀਤਾ ਜਾਵਾਂ। ਪਰਮੇਸ਼ਰ ਪੁੱਤਰ ਦੇ ਰਾਹੀਂ ਮੈਂ ਉੱਚਾ ਕੀਤਾ ਗਿਆ, ਮੈਂ ਆਪ ਉੱਚਾ ਨਹੀਂ ਹੋਇਆ। ਉਹ ਉੱਚੇ ਤੇ ਗਿਆ ਤਾਂ ਮੈਨੂੰ ਆਪਣੇ ਨਾਲ ਲੈ ਕੇ ਗਿਆ। ਅਸੀਂ ਹੁਣ ਪਰਮੇਸ਼ਰ ਪੁੱਤਰ ਦੇ ਨਾਲ ਉੱਚੇ ਆਦਰ ਦੇ ਥਾਂ ਦੇ ਉੱਤੇ ਲੈ ਕੇ ਗਏ, ਕਿਉਂਕਿ ਪ੍ਰਭੂ ਨੇ ਕਿਹਾ ਜਿੱਥੇ ਮੈਂ ਉੱਥੇ ਤੁਸੀਂ ਹੋ, ਤੁਸੀਂ ਮੇਰੇ ਸੱਜੇ ਹੱਥ ਬੈਠੋਗੇ। ਅੱਜ ਕੱਲ ਦੇ ਸੰਤ, ਅੱਜ ਕੱਲ ਦੇ ਸੇਵਕ, ਮੈਂ ਪੰਜਾਬ 'ਚ ਅਕਸਰ ਦੇਖਦਾ ਇਹ ਗੱਲ, ਪੰਜਾਬ ਦੇ ਕਈ ਪ੍ਰਚਾਰਕਾਂ ਦੇ ਵਿੱਚ ਦੇਖਦਾ ਕਿ ਉਹ ਆਪਣੇ ਲੋਕਾਂ ਨੂੰ, ਜਿਹੜੇ ਆਪਣੇ ਨਾਲ ਬੈਠਣ ਨਹੀਂ ਦਿੰਦੇ। ਉਹਨਾਂ ਦੇ ਨਾਲ ਤੁਸੀਂ ਕੁਰਸੀ ਲਾ ਕੇ ਬਹਿ ਨਹੀਂ ਸਕਦੇ, ਉਹਨਾਂ ਦੇ ਸਾਹਮਣੇ ਕੁਰਸੀ ਲਾ। ਪਰ ਮੇਰੇ ਪ੍ਰਭੂ ਨੇ ਮੈਨੂੰ ਆਪਣੇ ਨਾਲ ਬੈਠਣ ਦਾ ਅਧਿਕਾਰ ਦੇ ਦਿੱਤਾ ਜਦੋਂ ਮੈਂ ਤੌਬਾ ਕੀਤੀ ਹੈ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਨੇ ਉਸ ਨਾਮ ਦੇ ਉੱਤੇ ਨੇਚਾ ਕੀਤੀ, ਉਸ ਨੂੰ ਉਸਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦੇ ਦਿੱਤਾ। ਹੁਣ ਜੇ ਪਿਤਾ ਦਾ ਮੈਂ ਪੁੱਤਰ ਹਾਂ ਤਾਂ ਮੈਂ ਕਿਹਦੇ ਨਾਲ ਬੈਠਾਂਗਾ? ਪਿਤਾ ਦੇ ਨਾਲ। ਦੇਖੋ ਪਰਮੇਸ਼ਰ ਦਾ ਉਪਹਾਰ ਕਿੰਨਾ ਵੱਡਾ ਹੈ। ਅੱਜ ਕੱਲ ਦੇ ਜਿਹੜੇ ਆਪਣਾ ਸੰਤ ਹੈ, ਮਹੰਤ ਹੈ, ਉਹ ਆਪਣੇ ਨਾਲ ਆਪਣੀ ਪ੍ਰਜਾ ਨੂੰ ਬੈਠਣ ਨਹੀਂ ਦਿੰਦੇ। ਲੇਕਿਨ ਮੇਰਾ ਪ੍ਰਭੂ, ਅਦਭੁਤ ਪ੍ਰਭੂ, ਜਿਸ ਨੇ ਮੈਨੂੰ ਆਪਣੇ ਨਾਲ ਬੈਠਣ ਦਾ ਅਖਤਿਆਰ ਦੇ ਦਿੱਤਾ, ਉਹ ਪਰਮੇਸ਼ਰ ਦਾ ਉਪਹਾਰ ਦੇਖੋ ਕਿੰਨਾ ਵੱਡਾ ਹੈ, ਕਿੰਨਾ ਵਧੀਆ ਹੈ। ਪਹਿਲਾ ਤਾਂ ਉਸ ਉਪਹਾਰ ਦੇ ਨਾਲ ਮੇਰੇ ਪਾਪ ਮਾਫ ਹੁੰਦੇ ਆ। ਦੂਸਰਾ, ਉਸ ਉਪਹਾਰ ਦੇ ਨਾਲ ਮੈਨੂੰ ਆਪਣਾ ਸਦਾ ਦਾ ਜੀਵਨ ਮਿਲਦਾ ਹੈ। ਤੀਸਰਾ, ਉਸ ਨੂੰ ਮੈਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਮਿਲਦਾ ਹੈ। ਚੌਥਾ, ਮੈਨੂੰ ਉਸ ਦੇ ਨਾਲ ਬੈਠਣ ਦਾ ਅਖਤਿਆਰ ਮਿਲਦਾ ਹੈ। ਪੰਜਵਾਂ, ਪਰਮੇਸ਼ਰ ਦੇ ਨਾਲ ਸਿੰਘਾਸਣ ਤੇ ਬੈਠ ਕੇ ਸਵਰਗਦੂਤਾਂ ਦਾ ਨਿਆਂ ਕਰਨ ਦਾ ਅਖਤਿਆਰ ਮੈਨੂੰ ਮਿਲਦਾ ਹੈ। ਦੇਖੋ ਕਿੰਨੀ ਅਦਭੁਤ ਚੀਜ਼ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੈਨੂੰ ਦਾਨ ਦੇ ਵਿੱਚ ਦੇ ਦਿੱਤੀ ਹੈ, ਉਪਹਾਰ ਦੇ ਰੂਪ ਵਿੱਚ ਦੇ ਦਿੱਤੀ ਹੈ। ਕੀ ਅਸੀਂ ਉਸ ਦੇ ਉੱਤੇ ਨੇਚਾ ਕਰ ਰਹੇ? ਇੱਥੇ ਇਹੋ ਤਾਂ ਰੋਮੀਆਂ ਦੇ ਵਿੱਚ ਲਿਖ ਰਿਹਾ ਹੈ
परमेश्वर दा दास पौलुस रसूल कहंदा ओदी मेहरबानी अते खिमा अते धीरज दी दौलत नूं तुच्छ ना समझो। तुच्छ समझण दी लोड़ नहीं है। वो आदर दे योग है, वो महिमा दे योग है, वो बड़ियाई दे योग है, वो प्रशंसा दे योग है। ਜਿਹੜਾ परमेश्वर मेरे लिए इन्ना कर, अज तक किसी ईश्वर ने इस तरह नहीं किया। ਕਿਹੜਾ ईश्वर है इस दुनिया का ਜਿਹੜਾ सानू अपने नाल बैठण दा इख्तियार दिंदा है? ਕਿਹੜਾ ईश्वर है ਜਿਹੜਾ मेरे बदले, मेरे पापां दे बदले अपनी जान सूली ते दिंदा है? ਕਿਹੜਾ ईश्वर है ਜਿਹੜਾ मैनू अपनी संतान होण दा हक दिंदा है? ਕਿਹੜਾ ईश्वर है ਜਿਹੜਾ मैनू स्वर्ग दूतां दा न्याय करन दा हक दिंदा है? कोई भी ईश्वर इस दुनिया दे विच नहीं है सिवाय प्रभु यसु मसीह दे। इसलिए इत्थे पौलुस रसूल साफ रीति नाल कहंदा है सानू ओने पश्चाताप दे उस सिंहासन दे नेड़े ले आंदा, अपने लहू दे निस्तारे दे नाल अपने कोल ले आंदा कि असी उस विच चोखा जीवन प्राप्त कर सकीए। लोग सोच रहे हैं इन्ने साल पहला प्रभु ने जान दे दी, वो हुण क्यों नहीं आ रहा? इन्नी महामारी फैली हुई है, इन्नी बीमारी फैली है। प्यारो उहदा आउण दा उहदा धीरज क्यों है? आउण दा वो क्यों अपना इन्नी देरी कर रहा? मैं वो भी आप दे लिए पढ़दा हाँ। पहला पतरस दूसरा पतरस 3 अध्याय उसदी 8 ਅਤੇ 9 आयत मैं आप दे लई पढ़ रहा हाँ। इत्थे लिखिया है, कहंदा हे प्यारिओ एक गल तुहाथों भुली ना रहे। भुलनी नहीं है गल, की ना भुली रहे? भाई प्रभु यसु दे अगे एक दिन 1000 बरे जिहा अते 1000 बरे एक दिन जिहा है। प्रभु अपने वायदे दा मठा नहीं, जिन्ने जिवें किन्ने इस ਨੂੰ ਮੱਠੇ ਭਰਮ ਨਾਲ ਮੰਨਦੇ ਹਨ ਅਤੇ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਭਾਈ ਕਿਸੇ ਦਾ ਨਾਸ਼ ਹੋਵੇ। ਲਿਖਿਆ ਹੈ ਸਗੋਂ ਸਭੇ ਤੌਬਾ ਵੱਲ ਮੁੜਨ। ਇਹਦਾ ਮਤਲਬ ਪਰਮੇਸ਼ਵਰ ਹਰ ਇੱਕ ਇਨਸਾਨ ਨੂੰ ਬਚਾਉਣਾ ਚਾਹੁੰਦਾ ਹੈ। ਮੈਂ ਪਿਛਲੇ ਕੱਲ ਪੜ੍ਹਿਆ ਸੀ ਕਿ ਪਰਮੇਸ਼ਵਰ ਦੀ ਮਨ ਦੀ ਮਨਸ਼ਾ ਕੀ ਹੈ, ਇੱਛਾ ਕੀ ਹੈ ਮਨ ਦੀ। परमेश्वर की इच्छा है किसी भी मनुख के मरण तो खुश नहीं, वो चाहता है सबे मुड़न अते जिउंदे रहन। परमेश्वर की मनशा है ते इत्थे भी वो मनशा प्रगट कर रहा है कि सबे तौबा करन अते परमेश्वर दे कोल आ जाण। परमेश्वर दे कोल आके अपने जीवनां नूं सदा सदा दे लई सुरक्षित कर देण। मौत दे नेड़े जाण दी लोड़ नहीं। इसलिए मैं ये समझदा हाँ कि ये परमेश्वर की बहुत बड़ी मेहरबानी है जो तौबा दे नाल मैनू जीवन दिंदी है। कि तुसी मेहरबानी दा स्वाद अपने विच लैना चाहुंदे हो? जे लैना चाहुंदे हो तां मेरे भरा अते भैण अज तौबा करो। तौबा करके परमेश्वर दे इस कीमती उपहार नूं अपने जीवन विच अपना लो, ताकि तुसी परमेश्वर दी संतान बन के सदा सदा दी शांति, सदा सदा दा प्रेम, सदा सदा दा आनंद, सदा सदा दी परमेश्वर दी भलाई अपने जीवन विच प्राप्त कर लो। ये परमेश्वर तुहानूं मुफ्त विच दे रहा, इसदा कोई तुहाडे कोल मुल नहीं लै रहा। करना की है? तौबा करनी है। तौबा की है? प्रभु तू मेरे पापी लिए मारिया गया, इस दुनिया दे विच तू मेरे पापी दे लिए आया, इस दुनिया दे विच आके तू मेरे पापी दे लिए मेरा कर्ज अपना लहू बहा के चुकाया अते मैनू पूर्ण माफ़ी अपने पुत्र विच दिती है। मैं ये विश्वास करदा कि तेरा पुत्र प्रभु यसु मसीह दा लहू मैनू सारे पापां तो शुद्ध करदा है। ये मैं विश्वास करता हाँ। और हुण मेरा जीवन मेरा नहीं, हुण तेरा है। इसनूं अपनी इच्छा ना चला। मंगदा हाँ प्रभु यसु मसीह दे नाम। प्रभु तुहानूं ये उपहार जिहड़ा सदा दा जीवन है, अमरता दा जीवन है, कदे ना खत्म होने वाला जीवन तुहानूं मुफ्त विच देवेगा।
ਜੇ ਤੁਸੀਂ ਪਰਮੇਸ਼ਰ ਦੀ ਮਿਹਰਬਾਨੀ ਦਾ ਇਹ ਉਪਹਾਰ ਆਪਣੇ ਜੀਵਨ 'ਚ ਚਾਹੁੰਦੇ ਹੋ ਤਾਂ ਤੁਸੀਂ ਤੌਬਾ ਕਰ ਸਕਦੇ। ਜਿਨ੍ਹਾਂ ਨੇ ਤੌਬਾ ਕੀਤੀ ਹੈ ਉਹ ਇਸ ਉਪਹਾਰ ਦੇ ਨਾਲ ਉਸ ਸਦਾ ਸਦਾ ਦੀ ਜ਼ਿੰਦਗੀ ਨੂੰ, ਜਿਹੜਾ ਮੇਰਾ ਪਰਮੇਸ਼ਰ ਮੁੜ ਆ ਕੇ ਮੈਨੂੰ ਆਪਣੇ ਥਾਂ ਦੇ ਉੱਤੇ ਦੇਵੇਗਾ, ਉਸ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਇਸ ਵਚਨ ਦੇ ਨਾਲ ਉਸ ਦੇ ਵਿੱਚ ਵਧਦੇ ਜਾਓ ਅਤੇ ਉਸ ਦਾ ਪ੍ਰਚਾਰ ਦਿਨ ਪ੍ਰਤੀ ਦਿਨ ਆਪਣੇ ਸਕੇ ਸੰਬੰਧੀਆਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਣੇ ਮਿੱਤਰਾਂ ਦੇ ਵਿੱਚ, ਆਪਣੇ ਜੌਬ ਦੇ ਨਾਲ ਜੁੜੇ ਹੋਏ ਆਫਿਸ ਦੇ ਮੈਂਬਰਾਂ ਦੇ ਨਾਲ ਤੁਸੀਂ ਇਸ ਉਪਹਾਰ ਨੂੰ ਵੰਡ ਸਕਦੇ ਹੋ। ਇਸ ਦਾ ਪ੍ਰਤੀਫਲ ਪ੍ਰਭੂ ਤੁਹਾਨੂੰ ਆਪਣੇ ਆਮਦ ਦੇ ਉਸ ਨਿਆਂ ਦੇ ਸਮੇਂ ਦੇ ਵਿੱਚ ਦੇਵੇਗਾ। ਪ੍ਰਭੂ ਆਪ ਨੂੰ ਉਸ ਦੀ ਮਿਹਰਬਾਨੀ ਦਾ ਉਪਹਾਰ ਤੌਬਾ ਦੇ ਨਾਲ ਪ੍ਰਾਪਤ ਕਰਨ ਦੇ ਲਈ ਔਰ ਤੌਬਾ ਦੇ ਵਿੱਚ ਅੱਗੇ ਵਧਣ ਦੇ ਲਈ ਤੁਹਾਡੀ ਮਦਦ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।